ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ, 9ਵੀਂ ਕਲਾਸ ਦੇ ਸਟੂਡੈਂਟਸ ਲਈ ਹੈ। 9th ਦਾ ਮੈਥਮੈਟਿਕਸ ਦਾ 6ਵਾਂ ਚੈਪਟਰ ਹੈ, ਸਾਡੇ ਕੋਲ 6ਵਾਂ ਅਧਿਆਇ ਹੈ ਰੇਖਾਵਾਂ ਅਤੇ ਕੋਣ, ਲਾਈਨਸ ਐਂਡ ਐਂਗਲਸ। ਉਹ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ। ਠੀਕ ਹੈ, ਅੱਜ ਦੇ ਇਸ ਲੈਸਨ ਵਿੱਚ ਅਸੀਂ ਬਹੁਤ ਮੁੱਢਲੀਆਂ ਜਿਹੜੀਆਂ ਚੀਜ਼ਾਂ ਨੇ, ਬੇਸਿਕ ਨੌਲੇਜ ਜੋ ਹੈ ਇਸ ਚੈਪਟਰ ਦੇ ਲਈ ਜੋ ਸਾਨੂੰ ਲੋੜੀਂਦੀ ਹੈ ਉਹਦੇ ਬਾਰੇ ਚਰਚਾ ਕਰਾਂਗੇ। ਤੇ ਇੱਕ ਛੋਟੀ ਜਿਹੀ ਥਿਊਰਮ ਹੈ ਸਿਖਰ ਸਨਮੁਖ ਕੋਣਾਂ ਵਾਲੀ, ਉਹ ਅਸੀਂ ਅੱਜ ਦੇ ਲੈਸਨ ਵਿੱਚ ਕਰਾਂਗੇ। ਅਗਲੇ ਲੈਸਨ ਵਿੱਚ ਫਿਰ ਆਪਾਂ ਵਿਆਸ ਦੇ ਸਵਾਲ ਜਿਹੜੇ ਉਹ ਸਟਾਰਟ ਕਰਾਂਗੇ। ਠੀਕ ਹੈ, ਤਾਂ ਅੱਜ ਦਾ ਲੈਸਨ ਬਹੁਤ ਇੰਪੋਰਟੈਂਟ ਹੈ। ਜਿੰਨੀਆਂ ਵੀ ਚੀਜ਼ਾਂ ਦੱਸੀਆਂ ਜਾਣਗੀਆਂ ਉਹ ਚੰਗੀ ਤਰ੍ਹਾਂ ਅਗਰ ਕਰ ਲਓਗੇ ਤਾਂ ਚੈਪਟਰ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸੌਖ ਰਹੇਗੀ, ਅਗਰ ਇਹ ਸਾਰੇ ਫਾਰਮੂਲੇ, ਸਾਰੇ ਜੋ ਰੂਲਸ ਨੇ ਉਹ ਤੁਹਾਨੂੰ ਯਾਦ ਹੋਣਗੇ। ਠੀਕ ਹੈ, ਤਾਂ ਆਓ ਸ਼ੁਰੂ ਕਰਦੇ ਹਾਂ। ਅਸੀਂ ਸਭ ਤੋਂ ਪਹਿਲਾਂ ਸਾਡੇ ਕੋਲ ਕਨਸੈਪਟ ਹੈ ਕਿ ਜੇ ਤਿੰਨ ਜਾਂ ਜ਼ਿਆਦਾ ਬਿੰਦੂ ਇੱਕ ਹੀ ਰੇਖਾ ਤੇ ਸਥਿਤ ਹੋਣ ਤਾਂ ਉਹ ਸਮਰੇਖੀ ਬਿੰਦੂ ਕਹਾਉਂਦੇ ਹਨ, ਕੋਲੀਨੀਅਰ ਪੁਆਇੰਟਸ। ਠੀਕ ਹੈ, ਸਮਰੇਖੀ ਬਿੰਦੂ ਇਹਨਾਂ ਨੂੰ ਅਸੀਂ ਕੋਲੀਨੀਅਰ ਪੁਆਇੰਟਸ ਬੋਲਦੇ ਹਾਂ। ਨਹੀਂ ਤਾਂ ਉਹ ਅਸਮਰੇਖੀ ਬਿੰਦੂ, ਨॉन ਕੋਲੀਨੀਅਰ ਪੁਆਇੰਟਸ ਕਹਾਉਂਦੇ ਹਨ। ਠੀਕ ਹੈ, ਤੋ ਜਦੋਂ ਵੀ ਸਾਡੇ ਕੋਲ ਤਿੰਨ ਬਿੰਦੂ ਜਿਹੜੇ, ਜੇ ਤਾਂ ਉਹ ਸਾਡੇ ਕੋਲ ਇੱਕ ਲਾਈਨ ਦੇ ਵਿੱਚ ਹੈ। ਠੀਕ ਹੈ, ਜਿਵੇਂ ਹੁਣ ਇਹ ਤੁਸੀਂ ਦੇਖ ਸਕਦੇ ਹੋ, ਇੱਕ ਬਿੰਦੂ ਜਿਹੜਾ ਇਹ ਲਗਾ ਲਿਆ ਮੈਂ। ਠੀਕ ਹੈ, ਦੂਸਰਾ ਬਿੰਦੂ ਇੱਥੇ ਲਗਾ ਲੈਂਦੇ ਆਪਾਂ ਇਸੇ ਲਾਈਨ ਦੇ ਉੱਤੇ। तो इसी तरह एक तीसरा बिंदु ਜਿਹੜਾ ਉਹ ਆਪਾਂ ਲਗਾ ਲੈਂਦੇ ਹਾਂ। ਠੀਕ ਹੈ, तो ਇਹ ਤਿੰਨੋਂ ਬਿੰਦੂ ਜਿਹੜੇ ਉਹ ਇੱਕ ਲਾਈਨ ਦੇ ਵਿੱਚ ਹੈਗੇ ਨੇ, ਕਿਉਂਕਿ ਅਗਰ ਕੋਸ਼ਿਸ਼ ਆਪਾਂ ਕਰੀਏ ਤਾਂ ਇਹਦੇ ਵਿੱਚੋਂ ਇੱਕ ਲਾਈਨ ਦੇ ਵਿੱਚੋਂ ਇਹਨਾਂ ਨੂੰ ਸਾਰਿਆਂ ਨੂੰ ਪਾਸ ਕਰਵਾਇਆ ਜਾ ਸਕਦਾ। ਠੀਕ ਹੈ, तो ਇੱਕ ਲਾਈਨ ਅਗਰ ਮੈਂ ਖਿੱਚਾਂ ਤਾਂ ਇਹ ਤਿੰਨੋਂ ਬਿੰਦੂ ਉਸੇ ਹੀ ਲਾਈਨ ਦੇ ਉੱਤੇ ਆ ਜਾਣਗੇ, ਜਾਂ ਆਪਾਂ ਕਹਿ ਲਈਏ ਕਿ ਇਹਨਾਂ ਦੇ ਤਿੰਨੋਂ ਬਿੰਦੂਆਂ ਦੇ ਵਿੱਚੋਂ ਹੋ ਕੇ ਜਾਣ ਵਾਲੀ ਇੱਕ ਰੇਖਾ ਜਿਹੜੀ ਉਹ ਖਿੱਚੀ ਜਾ ਸਕਦੀ ਹੈ। ਇਸ ਲਈ ਇਹਨਾਂ ਨੂੰ ਅਸੀਂ ਸਮਰੇਖੀ ਬਿੰਦੂ ਜਾਂ ਕੋਲੀਨੀਅਰ ਪੁਆਇੰਟਸ ਬੋਲਦੇ ਹਾਂ। ਠੀਕ ਹੈ, बट अगर असी कुछ इस ढंग के नाल पॉइंट्स लगा लीए, जिवें एक पॉइंट इत्थे लगा लिया, दूसरा पॉइंट इत्थे लगा लिया, तीसरा पॉइंट इत्थे लगा लिया। ठीक है, तो इन्हां दे विचों असी एक लाइन जिहड़ी ओह नहीं पास कर सकते, एक स्ट्रेट लाइन नहीं पास कर सकते। इन्हां नूं अगर असी जोड़ांगे तो तीन लाइनस जिहड़ियां सानूं लगाणियां पैणगीਆਂ। तो ये साडे कोल असमरेखी बिंदुआं दी उदाहरण है, असमरेखी बिंदु। ठीक है, और ये साडे कोल समरेखी बिंदु ने तीनों, जे तुहानूं दिस रहे हैं ये, ਜਿਹੜੇ ਕਿ ਇੱਕ ਲਾਈਨ ਦੇ ਉੱਤੇ ਸਥਿਤ ਹੈ, ਜਾਂ ਕਹਿ ਲਓ ਕਿ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਸਟ੍ਰੇਟ ਲਾਈਨ ਉਹ ਪਾਸ ਕੀਤੀ ਜਾ ਸਕਦੀ ਹੈ। ਤਾਂ ਬਿੰਦੂ ਤਿੰਨ ਵੀ ਹੋ ਸਕਦੇ, ਤਿੰਨ ਤੋਂ ਜ਼ਿਆਦਾ ਵੀ ਹੋ ਸਕਦੇ। ਦੋ ਬਿੰਦੂ ਹਮੇਸ਼ਾ ਹੀ ਸਮਰੇਖੀ ਹੁੰਦੇ ਆ। ਜੇ ਅਸੀਂ ਦੋ ਬਿੰਦੂ ਲਗਾਉਂਦੇ ਆ ਤਾਂ ਦੋ ਬਿੰਦੂਆਂ ਦੇ ਵਿੱਚੋਂ ਪਾਸ ਕਰਦੀ ਇੱਕ ਲਾਈਨ ਜਿਹੜੀ ਉਹ ਖਿੱਚੀ ਹੀ ਜਾ ਸਕਦੀ ਹੈ। ਠੀਕ ਹੈ, ਤੀਸਰਾ ਪੁਆਇੰਟ ਜਿਹੜਾ ਉਹ ਦੇਖਣਾ ਪਏਗਾ, ਤਿੰਨ ਜਾਂ ਤਿੰਨ ਤੋਂ ਜ਼ਿਆਦਾ ਬਿੰਦੂ ਜੇ ਇੱਕ ਰੇਖਾ ਤੇ ਸਥਿਤ ਹੋਣਗੇ ਫਿਰ ਅਸੀਂ ਉਹਨਾਂ ਨੂੰ ਸਮਰੇਖੀ ਬਿੰਦੂ ਕਹਿੰਦੇ ਆ। ਠੀਕ ਹੈ, ਤੋ ਜਦੋਂ ਵੀ ਅਸੀਂ ਕਿਤੇ ਤ੍ਰਿਭੁਜ ਬਣਾਉਣੀ ਹੋਵੇ ਤਾਂ ਸਾਨੂੰ ਤਿੰਨ ਅਸਮਰੇਖੀ ਬਿੰਦੂ ਹੀ ਚਾਹੀਦੇ ਹੁੰਦੇ ਆ। ਜਿਵੇਂ ਇਹ ਸਾਡੇ ਕੋਲ ਇੱਕ ਬਿੰਦੂ ਹੈ, ਦੂਸਰਾ ਬਿੰਦੂ ਇੱਧਰ ਹੈ। ਠੀਕ ਹੈ, ਅਗਰ ਅਸੀਂ ਇਹਨਾਂ ਨੂੰ ਮਿਲਾ ਦਿਆਂਗੇ ਤਾਂ ਇਹ ਸਾਡੇ ਕੋਲ ਇੱਕ ਜਿਹੜੀ ਤ੍ਰਿਭੁਜ, तो ਇਹ ਸਾਡੇ ਕੋਲ ਇੱਕ ਤ੍ਰਿਭੁਜ ਬਣ ਜਾਂਦੀ ਹੈ। ਠੀਕ, ਪਰ ਜੇਕਰ ਸਮਰੇਖੀ ਬਿੰਦੂਆਂ ਨੂੰ ਅਸੀਂ ਮਿਲਾਉਣ ਦੀ ਕੋਸ਼ਿਸ਼ ਕਰੀਏ, ਇਹਦੇ ਨਾਲ ਸਾਡੇ ਕੋਲ ਤ੍ਰਿਭੁਜ ਨਹੀਂ ਬਣਦੀ। ਕਈ ਵਾਰ ਇੱਕ ਪੇਪਰ ਸਵਾਲ ਜਿਹੜਾ ਇੱਕ ਨੰਬਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ, ਤਿੰਨ ਸਮਰੇਖੀ ਬਿੰਦੂਆਂ ਨੂੰ ਮਿਲਾ ਕੇ ਜੋ ਤ੍ਰਿਭੁਜ ਬਣਦੀ ਹੈ ਉਸ ਦਾ ਸਾਡੇ ਕੋਲ ਖੇਤਰਫਲ ਕੀ ਹੋਏਗਾ। ਠੀਕ ਹੈ, ਉਸ ਦਾ ਖੇਤਰਫਲ ਸਾਡੇ ਕੋਲ 0 ਜਿਹੜਾ ਉਹ ਹੋ ਜਾਂਦਾ ਹੈ। ਠੀਕ, ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਅਸੀਂ। ਅੱਗੇ ਸਾਡੇ ਕੋਲ ਕੋਣਾਂ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਹੈ। ਆਪਾਂ ਇਹ ਵੀ 6ਵੀਂ 7ਵੀਂ ਤੋਂ ਪੜ੍ਹਦੇ ਆਨੇ ਆ ਕਿ ਨਿਊਨ ਕੋਣ ਕੀ ਹੁੰਦੇ ਨੇ। ਉਹ ਕੋਣ ਜਿਨ੍ਹਾਂ ਦੀ ਜਿਹੜੀ ਕੀਮਤ ਹੈ ਸਾਡੇ ਕੋਲ ਉਹ 0 ਡਿਗਰੀ ਤੋਂ ਜ਼ਿਆਦਾ ਪਰ 90 ਡਿਗਰੀ ਤੋਂ ਘੱਟ ਹੋਏ, ਉਹਨਾਂ ਨੂੰ ਅਸੀਂ ਨਿਊਨ ਕੋਣ ਕਹਿੰਦੇ ਆ। ਠੀਕ ਹੈ, ਫਿਰ ਸਮ ਕੋਣ ਹੁੰਦਾ ਹੈ ਸਾਡੇ ਕੋਲ, ਜੇਕਰ ਕੋਣ 90 ਡਿਗਰੀ ਦਾ ਹੋ ਜਾਂਦਾ ਹੈ ਫਿਰ ਉਹਨੂੰ ਅਸੀਂ ਸਮ ਕੋਣ ਕਹਿੰਦੇ ਆ। ਅਧਿਕ ਕੋਣ ਸਾਡੇ ਕੋਲ ਹੁੰਦਾ ਹੈ ਜਦੋਂ ਕੋਣ ਦੀ ਕੀਮਤ 90 ਡਿਗਰੀ ਤੋਂ ਜ਼ਿਆਦਾ ਬਟ 180 ਡਿਗਰੀ ਤੋਂ, ਪਰ 180 ਡਿਗਰੀ ਤੋਂ ਘੱਟ ਰਹੇ। ਠੀਕ ਹੈ, ਇਸ ਢੰਗ ਦੇ ਨਾਲ। ਔਰ ਇਹ ਸਾਡੇ ਕੋਲ ਸਰਲ ਕੋਣ ਹੁੰਦਾ ਹੈ ਜਿਹਦੀ ਕੀਮਤ ਸਾਡੇ ਕੋਲ ਜਿਹੜੀ ਉਹ 180 ਡਿਗਰੀ ਹੋਏ, ਉਹਨੂੰ ਅਸੀਂ ਸਰਲ ਕੋਣ ਜਾਂ ਸਿੱਧਾ ਕੋਣ ਜਾਂ ਸਟ੍ਰੇਟ ਐਂਗਲ ਕਹਿੰਦੇ ਹਾਂ। ਨਿਊਨ ਕੋਣ ਨੂੰ ਅਸੀਂ ਇੰਗਲਿਸ਼ ਦੇ ਵਿੱਚ ਅਕਿਊਟ ਐਂਗਲ ਬੋਲਦੇ ਹਾਂ। ਇਹ ਸਾਡੇ ਕੋਲ ਰਾਈਟ ਐਂਗਲ ਹੁੰਦਾ ਹੈ। ਅਧਿਕ ਕੋਣ ਮਤਲਬ ਅਬਟਿਊਸ ਐਂਗਲ। ਔਰ ਰਿਫਲੈਕਸ ਕੋਣ ਜਿਹੜਾ, ਇਹਨੂੰ ਅਸੀਂ ਇੰਗਲਿਸ਼ ਵੀ ਰਿਫਲੈਕਸ ਕੋਣ ਹੀ ਬੋਲਦੇ ਹਾਂ। ਰਿਫਲੈਕਸ ਕੋਣ ਹੁੰਦਾ ਸਾਡੇ ਕੋਲ ਜਦੋਂ ਜਿਹੜੀ ਕੋਣ ਦੀ ਕੀਮਤ ਹੈ ਉਹ 180 ਡਿਗਰੀ ਤੋਂ ਜ਼ਿਆਦਾ ਹੋਏ ਬਟ 360 ਡਿਗਰੀ ਤੋਂ ਘੱਟ ਹੋਏ। ਠੀਕ ਹੈ, ਇਹਦੇ ਵਿੱਚ ਇਹ ਨਹੀਂ ਭੁਲੇਖਾ ਖਾਣਾ ਕਿ ਦੇਖੋ ਜੀ ਇਹ ਕੋਣ ਤੇ ਨਿਊਨ ਕੋਣ ਬਿਲਕੁਲ ਇੱਕੋ ਜਿਹੇ ਨੇ, ਇਦਾਂ ਨਹੀਂ ਹੈ। ਇਹ ਨਿਊਨ ਕੋਣ ਦੇ ਵਿੱਚ ਇਹ ਵਾਲਾ ਅੰਦਰ ਵਾਲਾ ਹਿੱਸਾ ਜਿਹੜਾ ਇਹ ਕੋਣ ਹੈ, ਬਟ ਇਸ ਰਿਫਲੈਕਸ ਕੋਣ ਦੇ ਵਿੱਚ ਜਿਹੜਾ ਕੋਣ ਹੈ ਉਹ ਬਾਹਰਲਾ ਕੋਣ ਜਿਹੜਾ ਦਰਸਾਇਆ ਗਿਆ ਹੈ। ਠੀਕ ਹੈ, ਜਿਹੜਾ 180 ਡਿਗਰੀ ਤੋਂ ਵੱਡਾ ਹੈ। ਠੀਕ, ਤੋ ਇਸ ਤੋਂ ਬਾਅਦ ਸਾਡੇ ਕੋਲ ਲਾਗਵੇਂ ਕੋਣ ਨੇ। ਲਾਗਵੇਂ ਕੋਣਾਂ ਦੇ ਵਿੱਚ ਸਾਡੇ ਕੋਲ ਤਿੰਨ ਚੀਜ਼ਾਂ ਹੁੰਦੀਆਂ ਨੇ ਦੇਖਣ ਵਾਲੀਆਂ। ਇੱਕ ਤੇ ਉਹਨਾਂ ਦਾ ਜਿਹੜਾ ਸਿਖਰ ਹੈ,
ਉਹ ਸਾਂਝਾ ਹੋਣਾ ਚਾਹੀਦਾ। ਜਿਵੇਂ ਹੁਣ ਇਹਦੇ 'ਚ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ B ਸਿਖਰ ਹੈ ਉਹ ਦੋ ਕੋਣਾਂ ਦਾ ਸਾਂਝਾ ਹੈ। ਇਹ ਸਾਡੇ ਕੋਲ ਕੋਣ 1, ਇਹ ਸਾਡੇ ਕੋਲ ਕੋਣ 2 ਹੈ, ਠੀਕ ਹੈ। ਉਸ ਤੋਂ ਬਾਅਦ ਦੂਸਰੀ ਚੀਜ਼ ਹੈ ਕਿ ਇਹਦੇ 'ਚ ਸਾਂਝੀ ਭੁਜਾ ਹੋਣੀ ਚਾਹੀਦੀ ਹੈ। ਤਾਂ ਇਹਦੇ 'ਚ ਭੁਜਾ ਵੀ ਅਸੀਂ ਦੇਖਦੇ ਹਾਂ ਕਿ OD ਜਿਹੜੀ ਹੈ, BD ਜਿਹੜੀ ਹੈ ਉਹ ਸਾਡੇ ਕੋਲ ਇਹਨਾਂ ਦੋਨਾਂ ਕੋਣਾਂ ਦੀ ਸਾਂਝੀ ਭੁਜਾ ਹੈ। ਤੀਸਰੀ ਚੀਜ਼ ਇਹਦੇ 'ਚ ਹੁੰਦੀ ਹੈ ਕਿ ਜਿਹੜੀਆਂ ਗੈਰ ਸਾਂਝੀਆਂ ਭੁਜਾਵਾਂ ਹੁੰਦੀਆਂ ਦੋਨੋਂ ਕੋਣਾਂ ਦੀਆਂ, ਜਿੱਦਾਂ ਇਸ ਕੋਣ ਦੀ ਇਹ ਵਾਲੀ ਭੁਜਾ BC ਤੇ ਇਸ ਕੋਣ ਦੀ ਜਿਹੜੀ AB ਭੁਜਾ ਹੈ, ਇਹ ਸਾਂਝੀ ਭੁਜਾ ਦੇ ਇੱਕ ਇੱਧਰ ਸਾਈਡ ਚਾਹੀਦੀ ਹੁੰਦੀ ਹੈ, ਦੂਸਰੀ ਇੱਕ ਸਾਈਡ, ਮਤਲਬ ਦੋਨੋਂ ਇੱਕ ਸਾਈਡ ਹੋਣੀਆਂ ਚਾਹੀਦੀਆਂ ਆ। ਇਹ ਨਾ ਹੋਣ ਕਿ ਸਾਂਝੀਆਂ ਭੁਜਾਵਾਂ ਦੋਨੋਂ ਜਿਹੜੀਆਂ ਹੈਗੀਆਂ ਉਹ ਇੱਕੋ ਗੈਰ ਸਾਂਝੀਆਂ ਭੁਜਾਵਾਂ ਦੋਨੋਂ ਇੱਕੋ ਹੀ ਸਾਈਡ ਹੋਣ, ਉਹ ਫਿਰ ਜਿਹੜਾ ਹੈ ਉਹ ਲਾਗਵੇਂ ਕੋਣ ਨਹੀਂ ਰਹਿੰਦੇ, ਠੀਕ ਹੈ। ਲਾਗਵੇਂ ਕੋਣਾਂ ਦੀ ਸਾਡੇ ਕੋਲ 3 ਕੰਡੀਸ਼ਨ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਜਿੱਦਾਂ ਹੁਣ ਇੱਥੇ ਆਪਾਂ ਐਗਜ਼ਾਮਪਲ ਦੇ ਤੌਰ ਤੇ ਦੇਖ ਲੈਂਦੇ ਹਾਂ। ਜਿੱਦਾਂ ਹੁਣ ਇਹ ਸਾਡੇ ਕੋਲ ਇੱਕ ਉਦਾਹਰਨ ਦੇ ਤੌਰ ਤੇ ਮੈਂ ਕੋਣ ਬਣਾਇਆ ਹੈ, ਠੀਕ ਹੈ। ਔਰ ਇਹਦੇ 'ਚ ਇਹ ਬਿੰਦੂ A, ਇਹ ਬਿੰਦੂ B ਲੈ ਲੈਣੇ ਆਪਾਂ, ਔਰ ਇਹ ਬਿੰਦੂ C ਲੈ ਲੈਣੇ, ਠੀਕ ਹੈ। ਤਾਂ ਇੱਕ ਕੋਣ ਹੈ ਸਾਡੇ ਕੋਲ AOB ਤੇ ਦੂਸਰਾ ਕੋਣ ਅਸੀਂ ਲੈ ਲੈਣੇ AOC। ਇਹ ਪੂਰਾ ਕੋਣ ਜਿਹੜਾ AOC ਹੈ, ਠੀਕ ਹੈ। ਤਾਂ ਕੋਣ AOB ਤੇ ਦੂਸਰਾ ਕੋਣ ਹੈ ਸਾਡੇ ਕੋਲ ਕੋਣ AOC। ਇਹਨਾਂ ਦੇ ਵਿੱਚ ਦੇਖੀਏ ਤਾਂ ਕੀ ਇਹ ਦੋਨੋਂ ਕੋਣ ਲਾਗਵੇਂ ਕੋਣ ਹੈਗੇ ਨੇ? ਤਾਂ ਦੋਨਾਂ ਦਾ ਸਾਂਝਾ ਸਿਖਰ ਹੈ, ਹਾਂ ਦੋਨਾਂ ਦਾ ਸਾਂਝਾ ਸਿਖਰ ਤਾਂ ਹੈ। ਉਸ ਤੋਂ ਬਾਅਦ ਕੀ ਦੋਨਾਂ ਦੀ ਇੱਕ ਸਾਂਝੀ ਭੁਜਾ ਹੈ? ਹਾਂ ਹੈ। ਪਰ ਇਹਦੇ ਵਿੱਚ ਅਸੀਂ ਦੇਖੀਏ ਤਾਂ ਇਹ ਜਿਹੜੀ ਇਹ ਸਾਂਝੀ ਭੁਜਾ ਹੈ ਦੋਨਾਂ ਦੀ, ਠੀਕ ਹੈ ਨਾ, ਇਹ ਸਾਂਝੀ ਭੁਜਾ ਹੈ ਕਿਉਂਕਿ AOB ਤੇ AOC ਕੋਣ ਦੀ ਆਪਾਂ ਗੱਲ ਕਰ ਰਹੇ ਹਾਂ, ਠੀਕ ਹੈ। ਸਾਂਝੀ ਭੁਜਾ OA ਹੈ। ਉਸ ਤੋਂ ਬਾਅਦ ਗੈਰ ਸਾਂਝੀਆਂ ਭੁਜਾਵਾਂ ਜਿਹੜਾ ਤੀਜਾ ਪੁਆਇੰਟ ਸੀ ਕਿ ਉਹ ਸਾਂਝੀ ਭੁਜਾ ਦੇ ਇੱਕ ਪਾਸੇ ਹੈਗੀਆਂ ਨਹੀਂ। ਇਹਦੇ ਵਿੱਚ ਆਪਾਂ ਦੇਖੀਏ ਤਾਂ ਜਿਹੜੀਆਂ ਦੋਨੋਂ ਗੈਰ ਸਾਂਝੀਆਂ ਭੁਜਾਵਾਂ ਨੇ OB ਤੇ OC, OB ਇਸ ਕੋਣ ਦੀ ਤੇ OC ਜਿਹੜਾ ਇਸ ਕੋਣ ਦੀ ਭੁਜਾ ਜਿਹੜੀ ਹੈਗੀ ਹੈ, ਇਹ ਦੋਨੋਂ ਹੀ ਸਾਂਝੀ ਭੁਜਾ ਦੇ ਇੱਕੋ ਹੀ ਪਾਸੇ ਸਥਿਤ ਹੈ। ਇਹ ਇੱਕੋ ਪਾਸੇ ਨਹੀਂ ਹੋਣੀਆਂ ਚਾਹੀਦੀਆਂ, ਇੱਕ ਇੱਧਰ ਹੋਣੀ ਚਾਹੀਦੀ ਸੀ, ਦੂਸਰੀ ਜਿਹੜੀ ਉਹ ਦੂਸਰੇ ਸਾਈਡ ਹੋਣੀ ਚਾਹੀਦੀ ਸੀ, ਫਿਰ ਉਹ ਲਾਗਵੇਂ ਕੋਣ ਬਣਦੇ। ਜਿਵੇਂ ਇਸ ਦੇ ਵਿੱਚ ਹੈ ਕੋਣ ਇੱਕ ਹੈ ਜਿਹੜਾ CBD, ਇਹਦੀ ਜਿਹੜੀ ਗੈਰ ਸਾਂਝੀ ਭੁਜਾ ਤੇ BD ਹੋਗੀ। ਇਹ BC ਹੈ ਜਿਹੜੀ ਦੋਨੋਂ ਕੋਣਾਂ ਦੀ ਗੈਰ ਸਾਂਝੀ ਭੁਜਾ ਹੈ, ਇਹ ਇਸ ਸਾਈਡ ਹੈ। ਦੂਸਰੇ ਕੋਣ ਦੀ ਜਿਹੜੀ ਦੂਸਰੀ ਭੁਜਾ BA ਹੈ ਉਹ BD ਦੇ ਦੂਸਰੀ ਸਾਈਡ ਹੈ, ਠੀਕ ਹੈ। ਤਾਂ ਇਹ ਸਾਡੇ ਕੋਲ ਦੋਨੋਂ ਲਾਗਵੇਂ ਕੋਣ ਹੈਗੇ ਨੇ, ਇਹ ਸਾਡੇ ਕੋਲ ਦੋਨੋਂ ਲਾਗਵੇਂ ਕੋਣ ਨਹੀਂ ਨੇ, ਇਹ ਜਿਹੜੇ ਆਪਾਂ ਲਿਖੇ ਨੇ, ਠੀਕ ਹੈ। ਕੋਣ AOB ਤੇ ਕੋਣ AOC, ਠੀਕ ਹੈ। ਤਾਂ ਲਾਗਵੇਂ ਕੋਣਾਂ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕੋਣਾਂ ਦਾ ਰੇਖੀ ਜੋੜਾ। ਜਦੋਂ ਸਾਡੇ ਕੋਲ ਦੋ ਜਿਹੜੇ ਕੋਣ ਲਾਗਵੇਂ ਕੋਣਾਂ ਦੀਆਂ ਕੰਡੀਸ਼ਨਸ ਪੂਰੀਆਂ ਕਰਦੇ ਹੋਣ, ਜਿੱਦਾਂ ਇਹ ਦੋਨੋਂ ਕੋਣ ਸਾਡੇ ਕੋਲ ਲਾਗਵੇਂ ਕੋਣ ਨੇ, ਅਗਰ ਇਹਨੂੰ ਅਸੀਂ ਕੋਣ 1 ਇਹਨੂੰ 2 ਮੰਨ ਲੈਂਦੇ, ਠੀਕ ਹੈ, ਲਾਗਵੇਂ ਕੋਣ ਹੋਣ ਦੋਨੋਂ, ਤੇ ਉਸ ਤੋਂ ਬਾਅਦ ਜਿਹੜੀਆਂ ਗੈਰ ਸਾਂਝੀਆਂ ਭੁਜਾਵਾਂ ਨੇ ਉਹ ਬਿਲਕੁਲ ਇੱਕ ਦੂਜੇ ਦੀ ਉਲਟ ਦਿਸ਼ਾ ਵਿੱਚ ਹੋਣ। ਜਿਵੇਂ ਹੁਣ BC ਤੇ BA ਇਹ ਇੱਕ ਕੋਣ ਅਤੇ ਦੋ ਕੋਣ ਦੀਆਂ ਗੈਰ ਸਾਂਝੀਆਂ ਭੁਜਾਵਾਂ ਆ। ਇਹ ਵਾਲੀ BD ਤੇ ਸਾਂਝੀ ਭੁਜਾ ਹੋਗੀ ਨਾ, तो ਇਹਨੇ ਜੇ ਇੱਧਰ ਮੂੰਹ ਕੀਤਾ ਹੋਇਆ, ਇਹਨੇ ਇੱਧਰ ਮੂੰਹ ਕੀਤਾ ਹੋਇਆ, ਬਿਲਕੁਲ ਉਲਟ ਦਿਸ਼ਾ ਦੇ ਵਿੱਚ ਹੈ। ਔਰ ABC ਸਾਡੇ ਕੋਲ ਇੱਕ ਸਿੱਧੀ ਲਾਈਨ ਸਟ੍ਰੇਟ ਲਾਈਨ ਬਣਦੀ ਪਈ ਹੈ। ਫਿਰ ਇਹ ਦੋਨੋਂ ਕੋਣਾਂ ਨੂੰ ਅਸੀਂ ਰੇਖੀ ਜੋੜਾ ਕਹਿੰਦੇ ਹਾਂ, ਠੀਕ ਹੈ। ਔਰ ਇਸ ਕੇਸ ਦੇ ਵਿੱਚ ਜਿਹੜਾ ਰੇਖੀ ਜੋੜਾ ਹੁੰਦਾ ਇਹਦੇ ਵਿੱਚ ਕੋਣ 1 ਜਮਾ ਕੋਣ 2, ਇਹਨਾਂ ਦੋਨਾਂ ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 180 ਡਿਗਰੀ ਹੁੰਦੀ ਹੈ ਹਮੇਸ਼ਾ, ਠੀਕ ਹੈ। ਰੇਖੀ ਜੋੜੇ ਦੇ ਵਿੱਚ ਰੇਖੀ ਜੋੜਾ ਜਿਹੜਾ ਕਨਸੈਪਟ ਹੈ ਬਹੁਤ ਸਾਰੇ ਸਵਾਲਾਂ ਦੇ ਵਿੱਚ ਅੱਗੇ ਅਸੀਂ ਯੂਜ਼ ਕਰਾਂਗੇ। ਉੱਥੇ ਤੁਸੀਂ ਧਿਆਨ ਰੱਖਣਾ ਜਦੋਂ ਵੀ ਦੋ ਕੋਣਾਂ ਨੂੰ ਮਿਲ ਕੇ ਉਹਨਾਂ ਦੀਆਂ ਗੈਰ ਸਾਂਝੀਆਂ ਭੁਜਾਵਾਂ ਇੱਕ ਸਿੱਧੀ ਲਾਈਨ ਬਣਾ ਦਿੰਦੀਆਂ ਨੇ ਤਾਂ ਸਾਡੇ ਕੋਲ ਇੱਕ ਰੇਖੀ ਜੋੜਾ ਬਣਦਾ ਤੇ ਦੋਨੋਂ ਕੋਣਾਂ ਦਾ ਜਿਹੜਾ ਜੋੜ ਹੈ ਉਸ ਕੇਸ ਦੇ ਵਿੱਚ 180 ਡਿਗਰੀ ਹੁੰਦਾ ਸਾਡੇ ਕੋਲ। ਇਸ ਤੋਂ ਬਾਅਦ ਸਾਡੇ ਕੋਲ ਹੈਗੇ ਨੇ ਸਿਖਰ ਸਨਮੁਖ ਕੋਣ, ਠੀਕ ਹੈ। ਜਦੋਂ ਵੀ ਦੋ ਲਾਈਨਾਂ ਜਿਹੜੀਆਂ ਆਪਸ ਦੇ ਵਿੱਚ ਕੱਟਦੀਆਂ, ਜਿਵੇਂ ਤੁਸੀਂ ਦੇਖ ਸਕਦੇ ਹੋ AB ਲਾਈਨ ਹੈ ਸਾਡੇ ਕੋਲ, ਠੀਕ ਹੈ, ਤੇ DC ਲਾਈਨ ਹੈ, ਇਹ ਦੋਨੋਂ ਆਪਸ ਦੇ ਵਿੱਚ ਕੱਟ ਰਹੀਆਂ ਨੇ। तो कट्टण दे नाल साडे कोल इत्थे चार कोण बनते हैं। जो दो लाइनस कटदियां ने तो चार कोण जिहड़े साडे कोल बनते हैं, एक साडे कोल ये वाला कोण बनता है ना, एक ये कोण बनता है। तो ये दोनों कोणां नूं असीं शिखर सन्मुख कोण कहने आ, ठीक है। ये जिहड़ा जोड़ा है कोणां दा, ये शिखर सन्मुख कोणां दा जोड़ा है। इसे ढंग दे नाल साडे कोल जिहड़े उपर वाले कोण ने, ये वाला कोण ते हेठां ये वाला कोण, ये दोनों भी शिखर सन्मुख कोण ने। सो इहदे च अगर असीं गल करिए शिखर सन्मुख कोणां दे जोड़े साडे कोल किहड़े-किहड़े होणगे, एक AOC अते कोण BOD, ये दोनों कोण जिहड़े शिखर सन्मुख कोण ने, एक जोड़ा है साडे कोल कोणां दा। इसे ढंग दे नाल दूसरे कोण AOD अते दूसरा कोण है साडे कोल BOC, ठीक है, कोण BOC।
तो ये दोनों कोण ਜਿਹੜੇ ਨੇ ਇਹ ਵੀ ਸਿਖਰ ਸਨਮੁਖ ਕੋਣ ਨੇ। ਇਹ ਸਿਖਰ ਸਨਮੁਖ ਕੋਣਾਂ ਦਾ ਸਾਡੇ ਕੋਲ ਇੱਕ ਜੋੜਾ ਹੈ, ਇਹ ਸਿਖਰ ਸਨਮੁਖ ਕੋਣਾਂ ਦਾ ਦੂਜਾ ਜੋੜਾ ਹੈ। ਟੋਟਲ 4 ਕੋਣ ਸੀ। तो ये ਸਾਡੇ ਕੋਲ ਆਮੋ ਸਾਹਮਣੇ ਦੇ ਜਿਹੜੇ ਕੋਣ ਆਪਾਂ ਐਵੇਂ ਕਹਿ ਸਕਦੇ ਹਾਂ, ਠੀਕ ਹੈ। ਇਹ ਜਿਹੜੇ ਕੋਣ ਨੇ ਇਹ ਸਿਖਰ ਸਨਮੁਖ ਕੋਣ ਨੇ, ਠੀਕ ਹੈ। ਸਿਖਰ ਸਨਮੁਖ ਕੋਣਾਂ ਦੀ ਜਿਹੜੀ ਕੀਮਤ ਹੈ ਉਹ ਬਰਾਬਰ ਹੁੰਦੀ ਹੈ। ਜਿਵੇਂ AOC ਜਿੰਨਾ ਹੋਏਗਾ ਉਨਾ ਹੀ ਐਂਗਲ BOD ਦਾ ਮਾਪ ਹੋਏਗਾ, ਜਿੰਨਾ AOD ਦਾ ਮਾਪ ਹੋਏਗਾ ਉਨਾ ਹੀ ਐਂਗਲ ਜਿਹੜਾ BOC ਦਾ ਮਾਪ ਹੋਏਗਾ। ਇਹਦੀ ਥਿਊਰਮ ਵੀ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਲਾਸਟ ਦੇ ਵਿੱਚ ਕਰਾਂਗੇ, ਠੀਕ ਹੈ। ਇਸ ਤੋਂ ਬਾਅਦ ਇਹ ਸਾਡੇ ਕੋਲ ਕਾਟਵੀਆਂ ਰੇਖਾ ਨੇ, ਦੋ ਰੇਖਾਵਾਂ ਜਿਹੜੀਆਂ ਆਪਸ ਕੱਟਦੀਆਂ ਨੇ ਉਹਨਾਂ ਨੂੰ ਅਸੀਂ ਕਾਟਵੀਆਂ ਰੇਖਾਵਾਂ ਕਹਿੰਦੇ ਆ। ਇਹ ਸਾਡੇ ਕੋਲ ਅਕਾਟਵੀਆਂ ਜਾਂ ਸਮਾਨ ਅੰਤਰ ਰੇਖਾਵਾਂ ਨੇ। ਇਹ ਲਾਈਨਾਂ ਬਿਲਕੁਲ ਇੱਕ ਦੂਸਰੇ ਤੋਂ ਇਹਨਾਂ ਦੀ ਦੂਰੀ ਜਿਹੜੀ ਉਹ ਬਰਾਬਰ ਬਣੀ ਹੋਈ ਹੈ ਔਰ ਇਹ ਕਦੇ ਵੀ ਆਪਸ ਦੇ ਵਿੱਚ ਕੱਟਣਗੀਆਂ ਨਹੀਂ, ਭਾਵੇਂ ਅਸੀਂ ਇਹਨਾਂ ਨੂੰ ਜਿੰਨਾ ਮਰਜ਼ੀ ਇਸ ਸਾਈਡ ਨੂੰ ਸੱਜੇ ਪਾਸੇ ਜਾਂ ਖੱਬੇ ਪਾਸੇ ਵਧਾ ਲਈਏ। ਇਹਨਾਂ ਨੂੰ ਅਸੀਂ ਸਮਾਨ ਅੰਤਰ ਰੇਖਾਵਾਂ ਕਹਿੰਦੇ ਹਾਂ ਜਾਂ ਅਕਾਟਵੀਆਂ ਰੇਖਾਵਾਂ ਕਹਿੰਦੇ ਹਾਂ, ਠੀਕ ਹੈ। ਇਹ ਸਾਡੇ ਕੋਲ ਇੰਟਰਸੈਕਟਿੰਗ ਲਾਈਨਸ ਹੈ, ਇਹ ਸਾਡੇ ਕੋਲ ਨॉन ਇੰਟਰਸੈਕਟਿੰਗ ਲਾਈਨਸ ਆਪਾਂ ਕਹਿ ਸਕਦੇ ਹਾਂ। ਇਸੇ ਢੰਗ ਦੇ ਨਾਲ ਜਿਹੜੇ ਸਿਖਰ ਸਨਮੁਖ ਕੋਣ ਹੈ ਇਹਨਾਂ ਨੂੰ ਅਸੀਂ ਵਰਟੀਕਲੀ ਆਪੋਜ਼ਿਟ ਐਂਗਲਸ ਕਹਿੰਦੇ ਆ। ਇਹ ਸਾਡੇ ਕੋਲ ਰੇਖੀ ਜੋੜਾ ਲੀਨੀਅਰ ਪੇਅਰ ਇਹਨੂੰ ਅਸੀਂ ਕਹਿੰਦੇ ਆ। ਔਰ ਇਹ ਸਾਡੇ ਕੋਲ ਲਾਗਵੇਂ ਕੋਣ ਨੇ, ਇਹਨਾਂ ਨੂੰ ਅਸੀਂ ਐਡਜੈਸੈਂਟ ਐਂਗਲਸ ਕਹਿੰਦੇ ਆ, ਠੀਕ ਹੈ। ਇਸ ਤੋਂ ਬਾਅਦ ਹੈ ਸਾਡੇ ਕੋਲ ਜੇ ਇੱਕ ਕਿਰਨ ਇੱਕ ਰੇਖਾ ਤੇ ਖੜੀ ਹੋਵੇ ਤਾਂ ਇਸ ਤਰ੍ਹਾਂ ਬਣੇ ਦੋਨੋਂ ਲਾਗਵੇਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ, ਠੀਕ ਹੈ। ਇਹਦਾ ਭਾਵ ਹੈ ਕਿ ਜੇ ਸਾਡੇ ਕੋਲ ਇੱਕ ਰੇਖਾ ਹੈ, ਇਹ ਮੰਨ ਲਓ ਸਾਡੇ ਕੋਲ ਇੱਕ ਰੇਖਾ ਹੈ, ਠੀਕ ਹੈ। ਰੇਖਾ ABAC ਦਾ ਨਾਮ ਰੱਖ ਦਿੰਦੇ ਹਾਂ ਔਰ ਇਹਦੇ ਉੱਤੇ ਅਸੀਂ ਇੱਕ ਕਿਰਨ ਜਿਹੜੀ ਉਹ ਬਣਾ ਦਿੰਦੇ ਹਾਂ, ਠੀਕ ਹੈ। ਕਿਰਨ, ਜੇ ਇੱਕ ਕਿਰਨ ਰੇਖਾ ਤੇ ਖੜੀ ਹੋਵੇ, ਖੜੀ ਹੋਣ ਦਾ ਭਾਵ ਹੈ ਇੱਥੋਂ ਅਸੀਂ ਇੱਕ ਕਿਰਨ ਜਿਹੜੀ ਖਿੱਚਦੇ ਆ ਉਹਨੂੰ ਅਸੀਂ ਕਿਸੇ ਵੀ ਸਾਈਡ ਜਿਹੜਾ ਬਣਾ ਸਕਦੇ ਹਾਂ, ਚਾਹੇ ਇੱਧਰਲੀ ਸਾਈਡ ਬਣਾ ਦਿਓ ਚਾਹੇ ਉੱਪਰ ਬਣਾ ਦਿਓ, ਪਰ ਉਹਦਾ ਇੱਕ ਸਿਰਾ ਜਿਹੜਾ ਉਹ ਰੇਖਾ ਦੇ ਉੱਤੇ ਹੋਣਾ ਚਾਹੀਦਾ। ਇੱਥੇ ਇਹਨੂੰ ਛੱਡ ਦੇਣਾ ਮੈਂ, ਠੀਕ ਹੈ। तो ये ਜਿਹੜੀ किरण है ਸਾਡੇ ਕੋਲ ਆ ਬਿੰਦੂ O ਰੱਖ ਲੈਣੇ ਸੀ, ठीक है। तो ਇਹ ਸਾਡੇ ਕੋਲ ਹੁਣ ਜਿਹੜੇ ਦੋਨੋਂ ਕੋਣ ਬਣਦੇ ਨੇ, ਆ ਜਿਹੜੇ ਦੋ ਕੋਣਾਂ ਦਾ ਜੋੜਾ ਹੈ ਇਹਨੂੰ ਅਸੀਂ ਇੱਕ ਤਾਂ ਰੇਖੀ ਜੋੜਾ ਕਹਿੰਦੇ ਆ, ठीक है। दूसरा ਇਹਨਾਂ ਦੋਨਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 180 ਡਿਗਰੀ ਬਣੇਗਾ, ठीक है। और ਇਹ ਸਾਨੂੰ ਦੇਖਣ ਤੋਂ ਹੀ ਪਤਾ ਲੱਗਦਾ ਪਿਆ, ਇਹਨੂੰ ਕੋਈ ਵੀ ਪ੍ਰੂਫ ਦੀ ਜ਼ਰੂਰਤ ਨਹੀਂ ਹੈ, ਸਵੈ ਸਿੱਧ ਹੈ ਇਹ, ਆਪਣੇ ਆਪ ਦੇ ਵਿੱਚ ਹੀ ਇਹ ਚੀਜ਼ ਸਿੱਧ ਹੈ ਕਿ ਇਹਨਾਂ ਦੋਨੋਂ ਕੋਣਾਂ ਦਾ ਜੋੜ ਸਾਡੇ ਕੋਲ 180 ਡਿਗਰੀ ਹੀ ਬਣੇਗਾ, ਕਿਉਂਕਿ ਇਹ ਸਾਡੇ ਕੋਲ ਸਿੱਧੀ ਲਾਈਨ ਬਣਦੀ ਹੈ। ਦੂਸਰਾ ਇਹਨੂੰ ਆਪਾਂ ਰੇਖੀ ਜੋੜਾ ਕਹਿੰਦੇ ਆ। ਇਹਦੇ ਵਿੱਚੋਂ ਜੇਕਰ ਇੱਕ ਕੋਣ ਮੰਨ ਲਓ 60 ਡਿਗਰੀ ਦਾ ਹੈ, ठीक है, ਤਾਂ ਦੂਸਰਾ ਕੋਣ ਜਿਹੜਾ 120 ਡਿਗਰੀ ਦਾ ਬਣੇਗਾ ਤਾਂ ਕਿ ਦੋਨਾਂ ਦਾ ਜੋੜ ਜਿਹੜਾ 180 ਡਿਗਰੀ ਹੀ ਰਹੇ, ठीक है। अगर एक कोण ਸਾਡੇ ਕੋਲ 90 ਡਿਗਰੀ ਦਾ ਹੈ, दूसरा कोण दूसरी साइड भी ਸਾਡੇ ਕੋਲ कोण 90 ਡਿਗਰੀ ਹੀ ਬਣੇਗਾ ਤਾਂ ਕਿ ਦੋਨਾਂ ਦਾ ਜੋੜ ਜਿਹੜਾ 180 ਡਿਗਰੀ ਹੀ ਰਹੇ, ठीक है। ਇਸ ਤੋਂ ਬਾਅਦ ਸਾਡੇ ਕੋਲ ਹੈ ਜੇ ਦੋ ਲਾਗਵੇਂ ਕੋਣਾਂ ਦਾ ਜੋੜ 180 ਡਿਗਰੀ ਹੈ ਤਾਂ ਉਹਨਾਂ ਦੀਆਂ ਗੈਰ ਸਾਂਝੀਆਂ ਭੁਜਾਵਾਂ ਇੱਕ ਰੇਖਾ ਬਣਾਉਂਦੀਆਂ ਹਨ, ठीक है। तो ਬਿਲਕੁਲ ਅਸੀਂ ਇੱਥੋਂ ਹੀ ਸਮਝ ਸਕਦੇ ਹਾਂ ਕਿ ਜੇ ਸਾਡੇ ਕੋਲ ਇਸ ਢੰਗ ਦੇ ਨਾਲ ਲਾਗਵੇਂ ਕੋਣ ਦੋ ਬਣਦੇ ਹੋਣ 1 ਤੇ 2 ਔਰ ਇਹਨਾਂ ਦਾ ਜੋੜ ਜਿਹੜਾ 180 ਡਿਗਰੀ ਹੈ ਤਾਂ ਉਹਨਾਂ ਦੀਆਂ ਗੈਰ ਸਾਂਝੀਆਂ ਭੁਜਾਵਾਂ ਜਿਹੜੀਆਂ ਉਹ ਇੱਕ ਸਿੱਧੀ ਰੇਖਾ ਬਣਾ ਦਿੰਦੀਆਂ ਨੇ। ਆਪਾਂ ਇਹ ਰੇਖੀ ਜੋੜੇ ਦੇ ਵਿੱਚ ਵੀ ਪੜਿਆ ਸੀ ਤੇ ਇੱਥੇ ਵੀ ਆਪਾਂ ਇਹ ਉਦਾਹਰਨ ਜਿਹੜੀ ਆ ਦੇਖੀ ਹੈ, ठीक है। ਇਸ ਤੋਂ ਬਾਅਦ ਸਾਡੇ ਕੋਲ ਇੱਕ ਥਿਊਰਮ ਹੈ ਜਿਹੜੀ ਅਸੀਂ ਸਿੰਪਲੀਫਾਈ ਕਰਾਂਗੇ, ਜਿਹਨੂੰ ਅਸੀਂ ਜਿਹੜਾ ਪ੍ਰੂਫ ਕਰਾਂਗੇ। ਜੇ ਦੋ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਹਨ ਤਾਂ ਸਿਖਰ ਸਨਮੁਖ ਕੋਣ ਬਰਾਬਰ ਹੁੰਦੇ ਹਨ। ਸਿਖਰ ਸਨਮੁਖ ਕੋਣਾਂ ਦੀ ਆਪਾਂ ਗੱਲ ਕਰਕੇ ਆਏ ਹਾਂ। ਇਹ ਸਾਡੇ ਕੋਲ ਜਿਹੜੇ ਦੋ ਕੋਣ ਨੇ ਆਮੋ ਸਾਹਮਣੇ, ਇਹ ਵਾਲੇ ਇਹ ਸਿਖਰ ਸਨਮੁਖ ਕੋਣਾਂ ਦਾ ਇੱਕ ਜੋੜਾ ਹੈ ਔਰ ਇਹ ਜੇ ਕੋਣ ਆਪਾਂ ਦੋਨੇ ਦੇਖਾਂਗੇ ਇਹ ਸਿਖਰ ਸਨਮੁਖ ਕੋਣਾਂ ਦਾ ਦੂਜਾ ਜੋੜਾ ਹੈ। ਤਾਂ ਅਸੀਂ ਇਹ ਚੀਜ਼ ਸਿੱਧ ਕਰਨੀ ਹੈ ਕਿ AOC ਤੇ BOD ਜਿਹੜੇ ਕੋਣ ਇੱਕੋ ਜਿਹੇ ਨੇ ਔਰ ਇਹ ਜਿਹੜੇ ਕੋਣਾਂ ਦਾ ਮਾਪ ਇੱਕੋ ਜਿਹਾ ਹੈ, ਬਰਾਬਰ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਕੀ ਕਰਾਂਗੇ, ਆਪਾਂ ਇੱਥੇ ਲਿਖ ਲੈਣੇ ਆ ਦਿੱਤਾ ਹੈ। ਜਦੋਂ ਵੀ ਅਸੀਂ ਥਿਊਰਮ ਕਰਨੀ ਹੈ ਅੱਗੇ 10th ਕਲਾਸ ਦੇ ਵਿੱਚ ਵੀ ਆਪਾਂ ਥਿਊਰਮਸ ਕਰਨੀ ਹੈ ਤਾਂ ਉਹਦਾ ਪੈਟਰਨ ਜਿਹੜਾ ਉਹ ਇਸੇ ਢੰਗ ਦੇ ਨਾਲ ਰਹਿੰਦਾ ਹੈ। ਸਭ ਤੋਂ ਪਹਿਲਾਂ ਅਸੀਂ ਇਹ ਲਿਖਦੇ ਹਾਂ ਕਿ ਸਾਨੂੰ ਗਿਵਨ ਕੀ ਹੈ, ਦਿੱਤਾ ਕੀ ਹੈ, ठीक है। तो ਸਾਨੂੰ ਦਿੱਤਾ ਹੈ ਕਿ AB ਤੇ CD ਜਿਹੜੀਆਂ ਦੋ ਲਾਈਨਸ ਆਪਸ ਕੱਟਦੀਆਂ ਨੇ ਬਿੰਦੂ O ਦੇ ਉੱਤੇ ਤੇ ਇਹ ਸਾਡੇ ਕੋਲ ਸਿਖਰ ਸਨਮੁਖ ਕੋਣਾਂ ਦੇ ਦੋ ਜੋੜੇ ਬਣਦੇ ਨੇ। ਤਾਂ ਆਪਾਂ ਲਿਖ ਦਿੰਦੇ ਹਾਂ ਸਿਖਰ ਸਨਮੁਖ ਕੋਣਾਂ ਦੇ ਜੋੜੇ। तो ਕਿਹੜੇ ਜੋੜੇ ਸਾਨੂੰ ਦਿੱਤੇ ਨੇ, ਕੋਣ AOC ਅਤੇ ਕੋਣ BOD, ਇਹ ਸਾਡੇ ਕੋਲ ਇੱਕ ਜੋੜਾ ਹੋ ਗਿਆ ਔਰ ਦੂਸਰਾ ਜੋੜਾ ਸਾਨੂੰ ਜਿਹੜਾ ਦਿੱਤਾ ਹੋਇਆ AOC ਤੇ BOD, ਦੂਸਰਾ ਜੋੜਾ AOD, ਕੋਣ AOD ਅਤੇ ਕੋਣ BOC, ठीक है।
तो ਅਸੀਂ ਇਹਦੇ 'ਚ ਫਿਰ ਇਸ ਤੋਂ ਬਾਅਦ ਲਿਖਣਾ ਹੈ ਜੋ ਦਿੱਤਾ ਹੋਇਆ ਉਸ ਤੋਂ ਬਾਅਦ ਅਸੀਂ ਲਿਖਣਾ ਹੈ ਸਿੱਧ ਕਰਨਾ ਕਿ ਅਸੀਂ ਇਹਦੇ ਵਿੱਚ ਸਿੱਧ ਕੀ ਕਰਨਾ ਹੈ। ਸਿੱਧ ਅਸੀਂ ਕਰਨਾ ਹੈ ਕਿ ਇਹ ਸਿਖਰ ਸਨਮੁਖ ਕੋਣਾਂ ਦੇ ਜਿਹੜੇ ਦੋਨੋਂ ਕੋਣਾਂ ਦੇ ਮਾਪ ਨੇ ਉਹ ਬਰਾਬਰ ਨੇ, ਭਾਵ ਕਿ AOC ਬਰਾਬਰ ਹੈ ਕੋਣ BOD ਦੇ। ਇੱਕ ਤਾਂ ਅਸੀਂ ਇਹ ਚੀਜ਼ ਸਿੱਧ ਕਰਨੀ ਹੈ, ਦੂਸਰੀ ਅਸੀਂ ਚੀਜ਼ ਕੀ ਸਿੱਧ ਕਰਾਂਗੇ ਇਹਦੇ 'ਚ ਕਿ ਕੋਣ AOD ਦਾ ਮਾਪ ਹੈ ਕੋਣ BOC। ਠੀਕ ਹੈ, तो कोण AOC BOD ਇਹਨਾਂ ਦਾ ਮਾਪ ਬਰਾਬਰ ਹੈ ਅਸੀਂ ਸਿੱਧ ਕਰਾਂਗੇ। ਦੂਸਰਾ AOD ਤੇ BOC ਇਹ ਜਿਹੜੇ ਦੋਨੋਂ ਕੋਣ ਨੇ ਇਹਨਾਂ ਦਾ ਮਾਪ ਵੀ ਬਰਾਬਰ ਹੈ, ਇਹ ਵੀ ਅਸੀਂ ਸਿੱਧ ਕਰਾਂਗੇ। ਠੀਕ ਹੈ, तो ਇਹਨਾਂ ਚੋਂ ਅਸੀਂ ਇੱਕ ਕਰਾਂਗੇ ਉਸੇ ਢੰਗ ਦੇ ਨਾਲ ਜਿਹੜਾ ਦੂਸਰਾ ਹੈ ਉਹ ਪ੍ਰੂਵ ਹੋ ਜਾਏਗਾ। तो ਹੁਣ ਅਸੀਂ ਇਹਦਾ ਪ੍ਰੂਫ ਕਰਾਂਗੇ, ਸਬੂਤ ਕਰਾਂਗੇ। ਠੀਕ ਹੈ, ਸਬੂਤ। तो सबूत साडे कोल की है, तुसी देख सकते हो कि कोण AOC प्लस कोण BOC ये दोनों 180 डिग्री का जोड़ बनाते हैं। ठीक है, इन्हों दोनों का जोड़ क्योंकि साडे कोल सीधी रेखा बनती है तो ये दोनों कोण जिहड़े रेखी जोड़ा है तो रेखी जोड़ा दे रेखी जोड़े च जिहड़े दोनों कोण हुंदे उन्हां दा जोड़ साडे कोल 180 डिग्री हुंदा है। इहदा कारण असीं इत्थे लिख दांगे रेखी जोड़ा। ठीक है, कोण AOC ते कोण BOC का जोड़ 180 डिग्री, इहनूं असीं समीकरण A मान लैंदे हां। ठीक है, और इस तो बाद अते कोण BOC प्लस कोण BOD ये भी साडे कोल 180 डिग्री आएगा। ठीक है, कोण BOC प्लस कोण BOD ये भी साडे कोल जोड़ 180 डिग्री, क्यों ये भी साडे कोल एक रेखी जोड़ा बनता है। ठीक है, रेखी जोड़ा। सो हुण ये दोनों समीकरणों का जिहड़ा सज्जा पासा है वो 180 डिग्री है। ठीक है ना, पहले दे विच भी 180 डिग्री, दूसरे दे विच भी 180 डिग्री। तो ਇਹਦਾ मतलब जे इन्हां दोनों के सज्जे पासे बराबर ने तो इन्हां दे खब्बे पासे भी बराबर होने चाहिए, क्योंकि इहदी कीमत भी 180 है, इहदी कीमत भी 180, दा मतलब इन्हां दोनों की कीमत आपस में बराबर होएगी साडे कोल। ठीक है, तो समीकरण A अते B तो हाँ जी, तो साडे कोल की बन जांदा है कोण AOC प्लस कोण BOC बराबर कोण BOC प्लस कोण BOD। ठीक है, दोनों साइड तो BOC कोण जड़ा कटिया जाएगा तो साडे कोल आ जाएगा कोण AOC बराबर है कोण BOD दे। ठीक, तो इहदे नाल साडे कोल जड़ा पहला भाग है हाँ जी, जिहड़ा पहला भाग है वो साडे कोल जिहड़ा सिद्ध हो जाता है कि कोण AOC ते कोण BOD का जिहड़ा माप है वो एक समान है। ठीक है, सिद्ध कीता। ते दूसरे दे लिए हुण असीं जिहड़ा कर सकते हैं उहनूं असीं लिख दांगे सिमिलरली कि इसे तरह असीं दूजा भाग भी जिहड़ा सिद्ध कर सकते हैं। उहदे च कोण असीं AOD प्लस BOD लवांगे। ठीक है, तो कोण BOC प्लस BOD लवांगे। ठीक है, तो उहदे नाल साडे कोल ये दोनों कोण भी बराबर आ जाएंगे। तो आपां इत्थे लिख देवांगे इसे तरह। ठीक है, इहनूं करन दी जरूरत नहीं है। इसे तरह कोण AOD बराबर है कोण BOC दे। ठीक है, बिल्कुल जिवें असीं एक पार्ट सॉल्व किया उसे ढंग दे नाल दूसरा पार्ट भी सॉल्व किया जा सकता है। ठीक है, तो इहदे नाल सानू की चीज़ साडे कोल सिद्ध हुंदी है कि जे दो रेखावां एक दूजे नूं कटदियां हन तां शिखर लंब शिखर सन्मुख कोण बराबर हुंदे हन। आपां अखीर दे विच इत्थे लिख सकते हैं। इस तों सिद्ध हुंदा है जेकर दो रेखावां
ਆਪਸ ਵਿੱਚ ਕੱਟਦੀਆਂ ਹਨ ਤਾਂ ਸਿਖਰ ਸਨਮੁਖ ਕੋਣ ਬਰਾਬਰ ਹੁੰਦੇ ਹਨ। ठीक है स्टूडेंट्स, तो ये साडे कोल अज दा लैसन सी जिहदे च असीं बहुत बेसिक जिहियां चीज़ां जिहड़ियां रिवाइज़ कीतियां ने ते रेखावां ते कोण चैप्टर दियां ते उस तो बाद एक थ्योरम भी कीती है। इंपॉर्टेंट थ्योरम है, पेपर दे विच अक्सर ये जिहड़ी है पुछ ली जाती है। ठीक है स्टूडेंट्स, तो अज दे लई इन्ना ही। अगली वीडियो दे विच असीं एक्सरसाइज जिहड़ी 6.1 है उहदे सवाल जिहड़े कुछ ना कुछ वो सॉल्व करने शुरू करांगे। ठीक है, सो अज दे लई इन्ना ही। मिलते हैं फिर अगली वीडियो दे विच। लास्ट तक वीडियो देखने लई बहुत धन्नवाद। सत श्री अकाल।